ਸਾਹਿਬ ਜੀਓ ਚੱਕਰ ਚਿਹਨ ਅਰ ਵਰਨ ਜਾਤ ਹਰ ਪਾਤ ਨਿਹਨ ਜੈ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕਿ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਜੈ ਤਿਰ ਪਵਨ ਮਿਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੁਹੈ ਸਰਬ ਨਾਮ ਕਸੈ ਕਵਨ ਕਰਮ ਨਾਮ ਵਰਣਤ ਸਮਤ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰਿ ਅਰਤੀ ਸਹਿਬ ਸਰੋਹੀ ਸਹਿਥੀ ਜਹ ਹਮਾਰਾ ਪੀਰ ਤੀਰ ਤੁਹੀ ਸੈਥੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਭਵ ਪਾਰ ਕਾਲ ਤੁਹੀ ਕਾਲੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਾ ਲਿਹੂ ਭਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੂ ਬਚਾਈ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਸੋ ਮੋਹ ਕਰੋ ਸਹਾਇ ਮੁਖੁ ਚਿਰਾ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮੋ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮੋ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ ਕੁਲਕ ਛੰਦ ਸਰਸਿਜ ਰੂਪੰ ਸਭ ਭਟ ਭੂਪੰ ਅਤ ਛਬ ਸੋਭੰ ਮੁਨ ਗਨ ਲੋਭੰ ਕਰ ਆਰ ਧਰਮੰ ਪਰ ਹਰ ਕਰਮੰ ਘਰ ਘਰ ਵੀਰੰ ਪਰ ਹਰ ਧੀਰੰ ਕੁਲਕ ਛੰਦ
सरसिज रूपं वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, गुरु कलगीधर पातशाह जी की पावन पवित्र बाणी की आपां विचार कर रहे हाँ। जिस गुरबाणी द्वारा आप जी ने नेक कलंक की जिहड़ी वार्ता है जो पवित्र प्राण दे विच लिखी हुई है और लस्या करया होया उच्चारण की है। ये 10,000 बरा कलयुग जो रह जाएगा उदों ने धरती से प्रगट होना है। या धार्मिक पुस्तकों में एक कलयुग की जिहड़ी उम्र है 4,32,000 लिखी हुई है। या जिहड़ियां जंतरियां जिहियां छपदियां ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਜਿਹੜੇ ਕਲਯੁਗ ਨੂੰ ਲੱਗਿਆ ਹੋਇਆ 5,500 ਵਰ੍ਹੇ ਹੀ ਹੋਇਆ ਗੁਰੂ ਪੁਰੀ ਜਾ ਰਿਹਾ ਹੈ। ਇਹਦੇ ਤਾਂ ਜਿਵੇਂ ਬੱਚਾ ਕੋਈ ਧਰਤੀ ਤੇ ਰੜਦਾ ਜਾ ਹੁੰਦਾ ਹੀ ਹੈ। ਇਹ ਬਾਕੀ ਐਸਾ ਵੀ ਲੇਖ ਹੈ ਵੀ बहुते पापा करके उम्र भी घट जाएगी, यानी 4,32,000 नहीं। ये कई बार मनुख जो बहुता जालमी अत्याचार करन लग जाता है उस सियाणे का कहना भी हुणे छेती मरूगा, मेरी उम्र नहीं पूरी होनी है। इसे तरह ये अपनी उम्र पूरी नहीं करनी है, अत्याचार करके थोड़ी उम्र भोगेगा। और विचार इस तरह जिवें वो जिहड़ा कलकी अवतार जे संबलपुर दे विच आउणा है उस स्थान की जिहड़ी महिमा है वो कई सवैया विच गुरु कलगीधर पातशाह जी ने की है। वो कल के दीवान विच ते परसों के दीवान विच आपां इह सारे सवैया की विचार पूरी कर ली है। अज कुल छंद शुरू हो रहा है। इहदे विच भी वो कलकी अवतार की सोहने रूप की महिमा वर्णन है। कि किहो जिहा हो सोहना सुनखा होएगा। और जिस तरह कुल छंद राही गुरु कलगीधर पातशाह जी बाणी राही अपना मुख तो बचन कह रहे वो महाराज दे हूबहू बचन हैं। वो जिवें भी आ रहे आपां मन ला के सुनिए जी। सरसिज रूपं हाँ सरस नौ कवला हुंदा है। जिवें कवल और सूरज की रोशनी नाल जदों खिड़िया हुंदा है फिर बड़ा सजदा हुंदा कवल खिड़िया। इस करके कहते हैं सरस सरसिज रूपों। जिहड़ा कवल है उहदे वर्गा उसका वो स्वरूप होगा, यानी कमल वर्गा होगा सोहना शरीर खिड़िया होएगा, सुंदर होएगा। सब भट भूपं ते सारिया सूरबीरां दा वो जरा कलकी अवतार है वो राजा होगा, बड़ा होगा,
ਜਰਨੈਲ ਹੋਵੇਗਾ। ਅਤ ਛਬ ਸੋਭੰ ਤੇ ਇਸ ਤਰ੍ਹਾਂ ਉਹਦੀ ਸਰੀਰ ਦੀ ਜਿਹੜੀ ਸ਼ੌਕੀ ਸੁੰਦਰਤਾ ਹੈ ਉਹ ਬੜੀ ਸ਼ੋਭਾ ਵਾਲੀ ਹੋਏਗੀ, ਸੁੰਦਰ ਸ਼ੋਭਾ ਵਾਲਾ ਹੋਏਗਾ। ਅਤੀ ਬਹੁਤਾ ਹੀ ਮੁਨ ਗਨ ਲੋਭੰ ਜਿਸ ਦੇ ਦਰਸ਼ਨ ਕਰਕੇ ਜਿਹੜੇ ਸਮੂਹ ਮੁਨੀ ਲੋਕ ਹੈ ਉਹ ਲੋਹਾਏਮਾਨ ਹੋ ਜਾਣਗੇ, ਯਾਨੀ ਬਹੁਤੇ ਲਟੂ ਹੋ ਜਾਣਗੇ। ਮੰਨਣਸ਼ੀਲ ਪੁਰਸ਼ ਕਰ ਅਰ ਧਰਮੰ ਤੇ ਉਸ ਸਮੇਂ ਦੇ ਜਿਹੜੇ ਲੋਕ ਹੈ ਉਹਨਾਂ ਦਾ ਧਰਮ ਕਰਮ ਕੀ ਹੋਊਗਾ ਜਦੋਂ ਉਹਨੇ ਆਉਣਾ ਹੈ। ਇਹ ਕਵਲ ਵਰਗੇ ਸੋਹਣੇ ਸਰੀਰ ਵਾਲੇ ਨੇ, ਸਾਰਿਆਂ ਸੂਰਬੀਰਾਂ ਦੇ ਰਾਜੇ ਨੇ, ਜਿਹਦੇ ਦਰਸ਼ਨ ਕਰਕੇ ਮੁਨੀ ਗਣ ਲੁਭਾਏਮਾਨ ਹੋ ਜਾਣਗੇ। ਕਹਿੰਦੇ ਲੋਕਾਂ ਦਾ ਆ ਕੁਝ ਹੋਊ। ਕਰ ਅਰ ਧਰਮ, ਜਿਵੇਂ ਬੈਰੀਆਂ ਦਾ ਧਰਮ ਹੁੰਦਾ ਹੈ ਨਾ, ਇਹ ਕਹਿੰਦੇ ਲੋਕਾਂ ਦਾ ਧਰਮ ਉਹ ਬੈਰੀਆਂ ਵਾਲਾ। ਬੈਰੀ ਲੋਕ ਲੜਦੇ ਭਿੜਦੇ ਹੀ ਹੁੰਦੇ ਹੈ, ਜੰਗ ਜੋਧੀ ਕਰਦੇ ਹੁੰਦੇ ਹੈ। ਜਿਹੜੇ ਮਿੱਤਰ ਦੋਸਤ ਇਹੀ ਇੱਕ ਥਾਂ ਟਿਕ ਕੇ ਬਹਿੰਦੇ ਹੈ, ਬੈਰੀ ਕਿਤੇ ਟਿਕ ਕੇ ਕੀ ਬਹਿ ਗਿਆ। ਜਿਵੇਂ ਬੈਰੀ ਹੈ ਹਮੇਸ਼ਾ ਉਹ ਡੰਡਾ ਖੜਕਾਉਂਦਾ ਹੀ ਰਹਿੰਦਾ ਹੈ, ਲੜਾਈ ਪੜਾਈ ਕਰਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਉਸ ਸਮੇਂ ਦੇ ਜਿਹੜੇ ਲੋਕਾਂ ਦਾ ਧਰਮ ਹੈ ਬੈਰੀਆਂ ਵਾਲਾ ਹੋ ਜਾਏਗਾ। ਜੰਗ ਜੋਧੀ ਕਰਨਗੇ, ਆਪੋ ਵਿੱਚ ਹੀ ਲੜਨ ਪੈਣਗੇ। ਪਰ ਹਰ ਕਰਮ ਇਹ ਬਾਕੀ ਜਿਹੜਾ ਕੋਈ ਚੰਗਾ ਕੰਮ ਹੈ ਇਹਨੂੰ ਕਹਿੰਦੇ ਛੱਡ ਦੇਣਗੇ, ਤਿਆਗ ਦੇਣਗੇ, ਉੱਠੇ ਕੰਮ ਕਰਨਗੇ। ਘਰ ਘਰ ਵੀਰੰ ਤੇ ਘਰਾਂ ਘਰਾਂ ਦੇ ਵਿੱਚ ਹੋਣਗੇ ਤਾਂ ਬੜੇ ਜੋਧੇ ਸੂਰਬੀਰ। ਪਰ ਹਰ ਧੀਰੰ ਤੇ ਧੀਰਜ ਕਿਸੇ ਦੇ ਨਿੰਦਰ ਹੋਏਗਾ, ਧੀਰਜ ਦਾ ਸਭ ਨੇ ਤਿਆਗ ਕਰ ਦਿੱਤਾ ਹੋਵੇਗਾ। ਤੇ ਕਾਲੇ ਜੇ ਹੋਣਗੇ, ਹਮੇਸ਼ਾ ਬੇਚੈਨ ਜੇ ਰਹਿਣ ਵਾਲੇ ਹੋਣਗੇ। ਉਹ ਜਲ ਥਲ ਪਾਪੰ ਜਿਵੇਂ ਕੋਈ ਜਲ ਵਾਲੀ ਜਗ੍ਹਾ ਹੈ ਉੱਥੇ ਵੀ ਪਾਪ ਹੀ ਪਾਪ ਹੋਵੇਗਾ। ਭਾਵ ਜਿਹੜਾ ਕੋਈ ਤਰਾਈ ਵਾਲਾ ਇਲਾਕਾ ਹੈ ਜਿੱਥੇ ਪਾਣੀ ਦੀ ਬਹੁਤ, ਉੱਥੇ ਵੀ ਪਾਪ ਹੋਊਗਾ। ਜਿਹੜਾ ਕੋਈ ਠਲਕ ਹੈ, ਖੁਸ਼ਕ ਜਲਗਾ, ਜਿਵੇਂ ਰੇਤਲੇ ਸਥਾਨ, ਟਿੱਬਿਆਂ ਜਿੱਥੇ ਰੇਤਾ ਹੀ ਉੱਡਦਾ ਹੈ ਉੱਥੇ ਵੀ ਪਾਪ ਕਰਨ ਵਾਲੇ ਹੋਣਗੇ। ਜਲਾ ਥਲਾਂ ਵਿੱਚ ਪਾਪ ਕਰਨ ਵਾਲੇ ਪਾਪੀ ਹੋਣਗੇ। ਪਰ ਹਰ ਜਾਪੰ ਸਭ ਨੇ ਕਹਿੰਦੇ ਜੋ ਹਰੀ ਦਾ ਜਾਪ ਹੈ ਉਹ ਛੱਡ ਦਿੱਤਾ ਹੋਏਗਾ। ਪਰਮੇਸ਼ਰ ਦਾ ਜਾਪ ਵਾਹਿਗੁਰੂ ਵਾਹਿਗੁਰੂ, ਜਾਂ ਜਿਵੇਂ ਅੱਜ ਕੱਲ੍ਹ ਹਿੰਦੂ ਲੋਕ ਰਾਮ ਰਾਮ ਹਰੇ ਰਾਮ ਕ੍ਰਿਸ਼ਨ ਕਰਦੇ ਨੇ, ਇਹ ਕੋਈ ਨਹੀਂ ਕਰਦਾ। ਹੋ ਸਭ ਨੇ ਜਾਪ ਛੱਡ ਦਿੱਤਾ ਹੋਏਗਾ, ਕੋਈ ਜਾਪ ਨਹੀਂ ਜਪੇਗਾ। ਜਹ ਜਹ ਦੇਖਾ ਜਿੱਥੇ ਜਿੱਥੇ ਵੀ ਦੇਖਿਆ ਜਾਏਗਾ ਤਹ ਤਹ ਪੇਖਾ, ਉੱਥੇ ਉੱਥੇ ਇਹੀ ਕਹਿੰਦੇ ਦਿਸੇਗਾ। ਘਰ ਘਰ ਪੇਖੈ ਘਰਾਂ ਘਰਾਂ ਦੇ ਵਿੱਚ ਪੇਖਾ ਕੀ ਕੌਤਕੀ ਹੋਣਗੇ, ਤਮਾਸ਼ੇ ਹੋਣਗੇ, ਨੱਚਣ ਟੱਪਣਗੇ ਹੀ। ਦਰ ਦਰ ਲੇਖੈ ਤੇ ਇਸੇ ਤਰ੍ਹਾਂ ਦਰ ਦਰ ਦਾ ਲੇਖਾ ਹੋ, ਜਣੇ ਖਣੇ ਦਾ ਹਿਸਾਬ ਕਿਤਾਬ ਹੋਵੇਗਾ, ਲੇਖਾ ਜੋਖਾ ਹੋਏਗਾ ਵੀ ਇਹ ਕੀ ਕਰ ਰਿਹਾ ਹੈ। ਕਹੂੰ ਨ ਅਰਚਾ ਕਿਸੇ ਜਗ੍ਹਾ ਦੇ ਵਿੱਚ ਕਿਸੇ ਦੇਵੀ ਦੇਵਤੇ ਦਾ ਅਰਚਾ ਕੀ ਹੈ, ਪੂਜਨ ਨਹੀਂ ਹੋਊਗਾ। ਕੋਈ ਨਹੀਂ ਪੂਜਾ ਕਰੂ ਦੇਵੀ ਦੇਵਤੇ ਦੀ। ਕਹੂੰ ਨ ਚਰਚਾ ਤੇ ਕਿਸੇ ਜਗ੍ਹਾ ਵੀ ਕਿਸੇ ਦੇਵਤੇ ਦੀ ਚਰਚਾ ਨੂੰ ਹੋਊਗੀ ਵੀ ਫਲਾਨਾ ਵੀ ਦੇਵਤਾ ਮਹਾਨ ਹੈ, ਫਲਾਨਾ ਨਹੀਂ, ਫਲਾਨਾ ਪੂਜਣ ਯੋਗ ਹੈ, ਮੰਨਣ ਯੋਗ ਹੈ, ਫਲਾਨਾ ਨਹੀਂ। ਜਾਂ ਵੇਦ ਵੀ ਦੀ ਜਿਹੜੀ ਚਰਚਾ ਹੈ, ਵੇਦ ਦਾ ਵਿਚਾਰ ਵਟਾਂਦਰਾ ਹੈ,
ਉਹ ਵੀ ਕਿਤੇ ਨਹੀਂ ਹੋਵੇਗਾ। ਮਦ ਭਾਰ ਛੰਦ ਸਭ ਦੇਸ਼ ਢਾਲ, ਸਾਰੇ ਦੇਸ਼ਾਂ ਦੀ ਐਸੀ ਢਾਲ ਹੋਵੇਗੀ, ਸਾਰੇ ਇਲਾਕਿਆਂ ਦੀ ਇਹ ਰੀਤੀ ਹੋਵੇਗੀ। ਜਹ ਤਹ ਕੁਚਾਲ, ਜਿੱਥੇ ਕਿਤੇ ਭੈੜੀ ਚਾਲ, ਭੈੜੀਆਂ ਰਸਮਾਂ, ਭੈੜੀਆਂ ਰਤੀਆਂ ਹੋਣਗੀਆਂ। ਜਹ ਤਹ ਅਨਰਥ, ਜਿੱਥੇ ਕਿਤੇ ਹਰ ਪਾਸੇ ਅਨਰਥ ਪੱਧਰ ਜ਼ੁਲਮ ਹੋਵੇਗਾ। ਨਹੀਂ ਹੋਤ ਅਰਥ, ਅਰਥ ਕੀ ਦਾ ਧਰਮ ਹੈ ਉਹ ਤਾਂ ਬਿਲਕੁਲ ਕਿਤੇ ਹੋਵੇਗਾ ਹੀ ਨਹੀਂ। ਕੋਈ ਪੁੰਨ ਜਾਂ ਕੋਈ ਨਹੀਂ ਹੋਵੇਗਾ। ਸਭ ਦੇਸ਼ ਰਾਜ, ਸਾਰੇ ਦੇਸ਼ਾਂ ਦਾ ਜਿਹੜਾ ਕੋਈ ਰਾਜਾ ਹੈ, ਨਿਤ ਪ੍ਰਤ ਕੁਕਾਜ, ਉਹ ਵੀ ਹਮੇਸ਼ਾ ਕਹਿੰਦੇ ਖੋਟਾ ਕੰਮ ਕਰੂਗਾ। ਜਾਂ ਦੇਸ਼ਾਂ ਦੇ ਰਾਜੇ ਹਮੇਸ਼ਾ ਖੋਟਾ ਕੰਮ ਹੀ ਕਰਨਗੇ। ਵੀ ਚਲੋ ਇੱਕ ਦਿਨ ਕਰ ਲਿਆ, 2 ਦਿਨ ਕਰ ਲਿਆ, ਹਮੇਸ਼ਾ ਤਾਂ ਨਹੀਂ ਕਰਦਾ। ਕਹਿੰਦੇ ਹਮੇਸ਼ਾ ਹੀ ਭੈੜਾ ਕੰਮ, ਪੁੱਠਾ ਹੀ ਕੰਮ ਕਰਨਗੇ ਦੇਸ਼ਾਂ ਦੇ ਰਾਜੇ। ਨਹੀਂ ਹੋਤ ਨਿਆਏ, ਕਿਸੇ ਰਾਜੇ ਪਾਸੋਂ ਕਿਸੇ ਦਾ ਕੋਈ ਨਿਆਂ ਨਹੀਂ ਹੋਵੇਗਾ, ਉਹਨੂੰ ਇਨਸਾਫ ਨਹੀਂ ਮਿਲੇਗਾ। ਜਹ ਤਹ ਅਨਿਆਏ, ਜਿੱਥੇ ਕਿਤੇ ਬਸ ਅਨਿਆਈ ਹੋਏਗਾ, ਬੇਇਨਸਾਫੀ ਹੋਏਗੀ, ਧੱਕਾ ਜ਼ਬਰਦਸਤੀ ਹੀ ਹੋਏਗੀ। ਸ਼ਿਤ ਭਈ ਸ਼ੁਦਰ, ਇਸ ਤਰ੍ਹਾਂ ਸਾਰੀ ਧਰਤੀ ਸ਼ੂਦਰਾਂ ਦੀ, ਨੀਚਾਂ ਦੀ ਹੋ ਜਾਏਗੀ। ਨੀਚ ਹੀ ਨੀਚ ਧਰਤੀ ਤੇ ਹੋਣਗੇ। ਕ੍ਰਿਤ ਕਰਤ ਛੁਦਰ, ਇਹ ਜਿਹੜੀ ਕਿਰਤ ਹੈ ਉਹ ਵੀ ਕਹਿੰਦੇ ਸ਼ੂਦਰ ਨੀਚ ਹੀ ਕਰਦੇ ਹੋਣਗੇ। ਤੇ ਚਲੋ ਨੀਚ ਹੋ ਗਏ, ਕਿਰਤ ਤਾਂ ਚੰਗੀ ਹੋਊ, ਕੰਮ ਤਾਂ ਚੰਗੇ ਕਹਿੰਦੇ। ਸਾਰੀ ਧਰਤੀ ਵੀ ਨੀਚਾਂ ਦੀ ਹੋ ਜੂ ਤੇ ਕੰਮ ਵੀ ਸਾਰੇ ਉਹ ਸ਼ੂਦਰ ਨੀਚ ਹੀ ਕਰਨਗੇ, ਨੀਵੇਂ ਕੰਮ ਕਰਨਗੇ, ਜਿਹਦੇ ਨਾਲ ਕਿਸੇ ਦਾ ਕੋਈ ਭਲਾ ਨਾ ਹੋ ਸਕੇ। ਤਹ ਵਿਪ ਏਕ, ਕਹਿੰਦੇ ਇਹੋ ਜਿਹੇ ਲੋਕਾਂ ਦੇ ਵਿੱਚ ਇੱਕ ਜਿਹੜਾ ਕੋਈ ਬ੍ਰਾਹਮਣ ਹੈ, ਜਿਹ ਗੁਣ ਅਨੇਕ, ਜਿਹਦੇ ਵਿੱਚ ਇੱਕ ਗੁਣ ਨਹੀਂ ਅਨੇਕਾਂ ਗੁਣ ਹੋਣਗੇ। ਪਾਦਰੀ ਛੰਦ ਨਿਤ ਜਪਤ ਵਿਪਰ ਦੇਵੀ ਪ੍ਰਚੰਡ, ਉਹ ਜਿਹੜੀ ਪ੍ਰਚੰਡ ਦੇਵੀ ਹੈ ਦੁਰਗਾ, ਉਹਨੂੰ ਉਹ ਬ੍ਰਾਹਮਣ ਕਹਿੰਦੇ ਹਮੇਸ਼ਾ ਜਪਦਾ ਹੋਵੇਗਾ। ਜਿਹ ਕੀਨ ਧੂਮਰ ਲੋਚਨ ਦੁਖੰਡ, ਜੈਸੋ ਪ੍ਰਚੰਡ ਦੁਰਗਾ ਦੇਵੀ ਨੇ ਜਿਹੜਾ ਧੂਏ ਵਰਗੀਆਂ ਅੱਖਾਂ ਵਾਲਾ ਦੇ ਧੂਮਰ ਲੋਚਨ ਹੈ, ਉਹਨੂੰ 2 ਟੁੱਟੇ ਕਰ ਦਿੱਤਾ ਸੀ। ਜਿਹ ਕੀਨ ਦੇਵ ਦੇਵਿਸ ਸਹਾਏ, ਜੈਸੋ ਦੁਰਗਾ ਦੇਵੀ ਨੇ 33 ਕਰੋੜ ਦੇਵਤਿਆਂ ਦੀ ਤੇ ਦੇਵਤਿਆਂ ਦਾ ਇਸ ਜਿਹੜਾ ਆ ਰਾਜਾ ਹੈ, ਉਹ ਇੰਦਰ ਰਾਜਾ ਹੈ, ਉਹਦੀ ਵੀ ਸਹਾਇਤਾ ਕੀਤੀ ਸੀ। ਜਿਹ ਲੀਨ ਰੁਦਰ ਕਰ ਦੈ ਬਚਾਏ, ਇਸੇ ਤਰ੍ਹਾਂ ਜਿਸ ਦੇਵੀ ਨੇ ਅਜੀਵ ਜੀ ਹੈ, ਇਹਨੂੰ ਵੀ ਦੈਂਤਾ ਰਾਖਤਾ ਤੋਂ ਮਾਰਨ ਤੋਂ ਬਚਾ ਲਿਆ ਸੀ, ਰੱਖ ਲਿਆ ਸੀ ਹੱਥ ਦੇ ਕੇ। ਜਿਹ ਹਤੇ ਸੁੰਭ ਨੈ ਸੁੰਭ ਵੀਰ, ਉਹ ਚੰਡੀ ਚਰਿੱਤਰ ਵਿੱਚ ਜਾਂ ਚੰਡੀ ਦੀ ਵਾਰ ਦੇ ਵਿੱਚ ਸੁੰਭ ਨਸੁੰਭ, ਰਕਤ ਬੀਜ, ਧੂਮਰ ਲੋਚਨ, ਇਹ ਸਾਰੇ ਦੈਂਤਾਂ ਦੇ ਨਾਂ ਹੈ। ਵੀ ਜਿਸ ਦੇਵੀ ਨੇ ਸੁੰਭ ਤੇ ਨਸੁੰਭ ਦੋਵੇਂ ਭਰਾ ਜੋ ਬੜੇ ਸੂਰਬੀਰ ਸੀ, ਉਹ ਮਾਰ ਦਿੱਤੇ ਸਨ। ਜਿਨ ਜੀਤ ਇੰਦਰ ਕੀਨੋ ਫਕੀਰ, ਜਿਨ੍ਹਾਂ ਸੁੰਭ ਤੇ ਨਸੁੰਭ ਸੂਰਬੀਰਾਂ ਨੇ ਇੰਦਰ ਦੇਵਤੇ ਨੂੰ ਜਿੱਤ ਕੇ ਸਾਰਾ ਕੁਛ ਉਹਦੇ ਕੋਲੋਂ ਖੋਹ ਕੇ ਉਹਨੂੰ ਫਕੀਰ ਕੰਗਾਲ ਕਰ ਦਿੱਤਾ ਸੀ, ਨੰਗ ਮਲੰਗ ਕਰ ਦਿੱਤਾ ਸੀ। ਤਿਨ ਗਹੀ ਸ਼ਰਨ ਜਗ ਮਾਤ ਜਾ, ਉਹ ਕੰਗਾਲ ਹੋਏ ਇੰਦਰ ਦੇਵਤੇ ਨੇ, ਜੋ ਜਗਤ ਦੀ ਮਾਤਾ ਕਹੀ ਜਾਂਦੀ ਹੈ ਦੁਰਗਾ ਦੇਵੀ, ਉਹਦੀ ਜਾ ਸ਼ਰਨ ਫੜੀ ਸੀ। ਤਿਹ ਕੀਸ ਚੰਡਕਾ ਦੇਵਰਾ, ਉਹ ਜਿਹੜੀ ਦੇਵੀ ਚੰਡਕਾ ਚੰਡੀ ਦੇਵੀ ਹੈ, ਉਸਨੇ ਦੈਂਤਾਂ ਨੂੰ ਮਾਰ ਕੇ
ਫਿਰ ਇੰਦਰ ਨੂੰ ਰਾਜਾ ਕੀਤਾ ਸੀ, ਇੰਦਰ ਨੂੰ ਫਿਰ ਰਾਜਾ ਬਣਾ ਦਿੱਤਾ ਸੀ। ਤਿਹ ਜਪਤ ਰੈਨ ਦਿਨ ਦਿਜ ਉਦਾਰ। ਇਹ ਜਿਹੜਾ ਬ੍ਰਾਹਮਣ ਹੈ ਉਸ ਦੇਵੀ ਨੂੰ ਦਿਨੇ ਰਾਤ ਸ੍ਰੇਸ਼ਟ ਭਾਵਨਾ ਨਾਲ ਜਪ ਰਿਹਾ ਸੀ। ਜਿਹ ਹਣਿਓ ਰੋਸ ਰਣ ਬਾਸਵਾਰ। ਹਾਂ, ਇਸ ਤਰ੍ਹਾਂ ਜਿਸ ਦੇਵੀ ਨੇ ਬੜੇ ਗੁੱਸੇ ਵਿੱਚ ਆ ਕੇ ਜੰਗ ਦੇ ਵਿੱਚ ਜਿਹੜਾ ਵਾਸਵ ਨੂੰ ਇੰਦਰ ਦਾ ਹੁੰਦਾ, ਆਰੇ ਦੇ ਵਿੱਚੋਂ ਪਰ ਛੇਦ ਕਰਕੇ ਆਰੂ ਇੰਦਰ ਦਾ ਬੈਰੀ ਉਹ ਕਿ ਨਸੋਂਬੀ ਸੀ। ਸਨੇਂਦਰ ਦਾ ਬੈਰੀ ਜਿਹੜਾ ਨਸੰਬ ਹੈ ਉਸ ਨੂੰ ਜੰਗ ਦੇ ਵਿੱਚ ਮਾਰਿਆ ਸੀ। ਗ੍ਰਹਿ ਹੁਤੀ ਤਾਸ ਇਸਤਰੀ ਕੁਚਾਰ। ਉਹ ਜਿਹੜਾ ਅਨੇਕਾਂ ਗੁਣਾ ਵਾਲਾ ਬ੍ਰਾਹਮਣ ਹੈ, ਉਹਦੇ ਘਰ ਦੇ ਜਿਹੜੀ ਇਸਤਰੀ ਸੀ ਉਹ ਕੋਈ ਸਿਆਣੀ ਨਹੀਂ ਸੀ, ਕੁਚਾਰ ਸੀ, ਭੜੇ ਚਾਰ ਵਾਲੀ ਸੀ, ਪੁੱਠੇ ਕੰਮ ਕਰਨ ਵਾਲੀ ਸੀ, ਉਹਨਾਂ ਨੂੰ ਕੋਈ ਮੰਨਣ ਪੂਜਣ ਵਾਲੀ ਸੀ। ਉਹ ਤਹ ਗਹਿਓ ਨਾਹ ਦਿਨ ਇੱਕ ਨਿਹਾਰ। ਇੱਕ ਦਿਨ ਉਹਨੇ ਆਪਣਾ ਜਿਹੜਾ ਨਾਹ ਹੈ, ਮਾਲਕ ਹੈ, ਪਤੀ ਬ੍ਰਾਹਮਣ ਹੈ, ਉਹਨੂੰ ਪੂਜਾ ਕਰਦਿਆਂ ਕਰਦਿਆਂ ਦੇਵੀ ਦੀ ਕਹਿੰਦੇ ਜਾ ਫੜਿਆ ਹੈ। ਤ੍ਰਿਓ ਬਾਚ ਪਤ ਸੋ ਕਿਹ ਕਾਜ ਮੂੜ ਸੇਵੰਤ ਦੇਵ। ਜਿਹੜੀ ਬ੍ਰਾਹਮਣ ਦੀ ਘਰ ਵਾਲੀ ਇਸਤਰੀ, ਉਹਨੇ ਜਿਵੇਂ ਪਤੀ ਬ੍ਰਾਹਮਣ ਦੇ ਸਾਥ ਬਚਨ ਕਿਹਾ, ਉਹ ਕਥਨ ਕਰ ਰਹੀ ਕਿ ਕਾਜ ਮੂੜ ਸੇਵੰਤ ਦੇਵ। ਇਹ ਮੂਰਖ ਪਤੀ ਤੂੰ ਕਿਸ ਵਾਸਤੇ ਆ ਦੇਵੀ ਨੂੰ ਪੂਜਦਾ ਹੈ? ਕਿਹ ਹੇਤ ਤਾਸ ਬੁੱਲਤ ਅਪੇਵ। ਇਹ ਕਿਸ ਵਾਸਤੇ ਤੂੰ ਦੇਵੀ ਨੂੰ ਬੋਲਦਾ ਵੀ ਉਹ ਭੇਵੀ ਹੈ, ਭੇਦ ਤੋਂ ਰਹਿਤ ਹੈ? ਕਿਹ ਕਾਰਨ ਵਾਹੇ ਭਗਿਆਨ ਪਰੰਤ। ਮੇਰੇ ਮੂਰਖ ਪਤੀ ਕਿਸ ਕਾਰਨ ਵਾਸਤੇ ਵਾਹੇ ਕਿ ਉਸ ਦੇਵੀ ਦੇ ਤੂੰ ਪੈਰੀ ਪੈਨਾ, ਪੈਰੀ ਡਿੱਗਦਾ ਹੈ? ਕਿਮ ਜਾਨ ਬੂਝ ਦੋਜਕ ਗਿਰੰਤ। ਕਿਵੇਂ ਜਾਣ ਬੁੱਝ ਕੇ ਸਮਝ ਕੇ ਤੂੰ ਦੋਜਕਾਂ ਵਿੱਚ ਡਿੱਗਦਾ, ਨਰਕਾਂ ਵਿੱਚ ਡਿੱਗਦਾ ਹੈ? ਕਿਹ ਕਾਜ ਮੂਰਖ ਤੇ ਜਪਤ ਜਾਪ। ਉਹ ਬ੍ਰਾਹਮਣੀ ਕਹਿੰਦੀ ਹੈ, ਕਿਸ ਵਾਸਤੇ ਮੂਰਖਾ ਉਹ ਦੇਵੀ ਦੇ ਜਾਪ ਨੂੰ ਤੂੰ ਜਪਦਾ ਹੈ? ਨਹੀਂ ਡਰਤ ਤੌਨ ਕੋ ਥਪਤ ਥਾਪ। ਉਹ ਕਿਸੇ ਤੋਂ ਡਰਦਾ ਨਹੀਂ ਹੈ, ਉਹਦੀ ਥਾਪਨਾ ਥਾਪਦਾ ਹੈ। ਉਹਦਾ ਉਹਨੂੰ ਜਿਹੜੀ ਕੋਈ ਉਹਨੂੰ ਸਜਾ ਸਜੂ ਕੇ ਤੇ ਫਿਰ ਉਹਨੂੰ ਆਸਣ ਤੇ ਬਿਠਾਉਣਾ ਹੈ, ਤਿਲਕ ਲਾਉਣਾ ਹੈ। ਇਸ ਤਰ੍ਹਾਂ ਤੂੰ ਆਰਤੀ ਜੀ ਕਰਦਾ ਹੈ, ਉਹਦਾ ਧਿਆਨ ਕਰਦਾ, ਉਹਦੀ ਥਾਪਨਾ ਥਾਪਦਾ ਹੈ, ਉਹਨੂੰ ਪੂਜਨੀਕ ਬਣਾਉਣਾ ਹੈ ਤੂੰ। ਕਹਿਓ ਪੁਕਾਰ ਰਾਜਾ ਸਮੀਪ। ਇਹ ਪਤੀ ਤੂੰ ਨਾ ਹਟਿਆ ਨਾ ਤਾਂ ਇੱਥੋਂ ਦਾ ਜਿਹੜਾ ਰਾਜਾ ਉਹਦੇ ਕੋਲ ਮੈਂ ਜਾ ਕੇ ਪੁਕਾਰ ਕਰ ਦਊਂਗੀ। ਦਹਿ ਨਿਕਾਰ ਤੋਹ ਬਾਂਧ ਦੀਪ। ਦੇਖ ਲਾ ਤੈਨੂੰ ਜਿਹੜਾ ਰਾਜਾ ਹੈ ਨਾ, ਕਹਿੰਦੇ ਫੜ ਕੇ ਤੇ ਬੰਨ ਕੇ ਆ ਜਿਹੜਾ ਜੰਬੂ ਦੀਪ ਹੈ, ਆ ਜਿਹੜਾ ਇਹ ਭਾਰਤ ਹੈ, ਇਹਨੂੰ ਜੰਬੂ ਦੀਪ ਕਹਿੰਦੇ। ਸੱਤ ਦੀਪ ਹੈ, ਕੋਈ ਪਿਲਖ ਦੀਪ ਹੈ, ਕੋਈ ਜੰਬੂ ਦੀਪ ਹੈ, ਕੋਈ ਸਲਖ ਦੀਪ ਹੈ, ਕੋਈ ਸਾਲਮਲੀ ਦੀਪ ਹੈ। ਇਹਨਾਂ ਦੇ ਅੱਡੋ ਅੱਡੀ ਸੱਤ ਦੀਪਾਂ ਦੇ ਨਾਂ ਹੈ। ਕਹਿੰਦੇ ਜਿਹੜਾ ਜੰਬੂ ਦੀਪ ਹੈ, ਭਾਵੇਂ ਜਿਹੜਾ ਭਾਰਤ ਹੈ, ਇਹਦੇ ਵਿੱਚੋਂ ਤੈਨੂੰ ਇਹ ਕੱਢ ਦਊਗਾ। ਨਹੀਂ ਲਖਾ ਤਾਹੇ ਬ੍ਰਹਮਾ ਕੁਨਾਰ। ਉਹ ਐਸੀ ਜਿਹੜੀ ਖੋਟੀ ਇਸਤਰੀ ਹੈ, ਤੇ ਉਸਨੇ ਜਿਹੜਾ ਬ੍ਰਾਹਮਣ ਹੈ ਨਾ ਘਰ ਵਾਲਾ, ਉਹਦਾ ਕੋਈ ਤੇਜ ਪ੍ਰਤਾਪ ਨਹੀਂ ਜਾਣਿਆ ਹੈ, ਸਮਝਿਆ ਹੈ। ਧਰਮਾਰਥ ਆਨ ਲੀਨੋ ਵਤਾਰ। ਇਹਦੇ ਧਰਮ ਅਰਥ ਵਾਸਤੇ, ਇਹਦੇ ਧਰਮ ਦੀ ਰੱਖਿਆ ਕਰਨ ਵਾਸਤੇ ਵੀ ਉਹ ਜਿਹੜਾ ਕਲਕੀ ਅਵਤਾਰ ਹੈ ਉਹ ਆ ਕੇ ਅਵਤਾਰ ਧਾਰਨ ਕਰ ਲੇਗਾ। ਉਹਨੇ ਉਹ ਜਾਣਿਆ ਨਹੀਂ ਹੈ ਘਰ ਵਾਲੀ ਨੇ। ਸ਼ੂਦਰੰ ਸਮਸਤ ਨਾ ਸਾਰਥ ਹੇਤ। ਜਿਹੜਾ ਸਾਰੇ ਸ਼ੂਦਰ ਨੀਚ ਲੋਕਾਂ ਨੂੰ ਨਾਸ ਵਾਸਤੇ, ਨਾਸ ਕਰਨ ਵਾਸਤੇ ਤੇ
ਚੰਗੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਕਲਕੀ ਅਵਤਾਰ ਕਰਬੇ ਸੁਚੇਤ। ਜਿਹੜਾ ਕਲਕੀ ਅਵਤਾਰ ਹੈ ਉਹਨੂੰ ਕਹਿੰਦੇ ਸਾਵਧਾਨ ਕਰਨ ਵਾਸਤੇ ਇਹ ਜਪ ਰਿਹਾ ਹੈ। ਇਹ ਇਸ ਤਰ੍ਹਾਂ ਵਿਸ਼ਵ ਕਰਮ ਕਰ ਰਿਹਾ ਇਹਨੇ ਜਾਣਿਆ ਨਹੀਂ। ਹਿਤ ਜਾਨ ਤਾਸ ਹਟਕਿਓ ਕੁਨਾਰ। ਹਾਂ, ਇਹ ਆਪਣੀ ਜਿਹੜੀ ਘਰ ਵਾਲੀ ਪਤਨੀ ਇਹਦਾ ਹਿਤ ਜਾਣ ਕੇ ਭਲਾ ਜਾਣ ਕੇ ਇਹਨੂੰ ਹਟਿਆ ਹੈ, ਖੋਟੀ ਇਸ ਨੂੰ ਰੋਕਿਆ ਹੈ ਵੀ ਤੂੰ ਰਾਜੇ ਕੋਲ ਜਾ ਕੇ ਮੇਰੀ ਫਰਿਆਦ ਨਾ ਕਰੀ, ਪੁਕਾਰ ਨਾ ਕਰੀ ਵੀ ਇਹ ਘਰੇ ਬੈਠਾ ਅੰਦਰ ਲੋਕੇ ਦੇਵੀ ਦੀ ਪੂਜਾ ਕਰਦਾ ਹੈ। ਉਹ ਕਹਿੰਦੇ ਉਹਦਾ ਭਲਾ ਜਾਣ ਕੇ ਉਹਨੇ ਹਟਿਆ, ਰੋਕਿਆ। ਇਹ ਬ੍ਰਾਹਮਣ ਨੇ ਨਹੀਂ ਲੋਕ ਤਰਾਸ ਬੁੱਲੇ ਪਤਾਰ। ਪਰ ਉਹਨੇ ਕੋਈ ਘਰ ਵਾਲੀ ਨੇ ਲੋਕਾਂ ਦਾ ਵੀ ਡਰ ਭੈ ਮੰਨਿਆ, ਸਗੋਂ ਪਤਾਰ ਨੂੰ ਮਾਲਕ ਪਤਨੀ ਉਹ ਬੋਲੀ ਹੈ ਪੁੱਠਾ ਹੀ। ਤਬ ਕੁੜੀ ਨਾਰ ਚਿਤ ਰੋਸ ਠਾਨ। ਹਾਂ, ਭਲੇ ਵਾਸਤੇ ਇਹਨੂੰ ਰੋਕਿਆ ਸੀ ਵੀ ਤੂੰ ਨਾ ਪੁਕਾਰ ਕਰ। ਤਬ ਕੁੜੀ ਨਾਰ ਚਿਤ ਰੋਸ ਠਾਨ। ਹਾਂ, ਜਿਹੜੀ ਉਹ ਘਰ ਵਾਲੀ ਹੈ ਚਿੱਤ ਵਿੱਚ ਗੁੱਸਾ ਜਾ ਕਰਕੇ ਬਹੁਤ ਕੁੜੀ ਹੈ, ਉਹ ਅੰਦਰੋਂ ਅੰਦਰੀ ਸੜਨਾ ਮਚਣਾ, ਅੰਦਰੋਂ ਅੰਦਰੀ ਰਿਝੀ ਜਾਣਾ। ਇਹਨੂੰ ਅਸੀਂ ਕੁੜਨਾ ਕਹਿੰਦੇ। ਕਿਤੇ ਉਸ ਵੇਲੇ ਜਿਹੜੀ ਘਰ ਵਾਲੀ ਅੰਦਰੋਂ ਅੰਦਰੀ ਬੜਾ ਰਿਝੀ, ਬੜੀ ਸੜੀ ਮੱਚੀ ਹੈ। ਸੰਬਲ ਨਰੇਸ਼ ਤਨ ਕਹੀ ਆਨ। ਇਹ ਸੜੀ ਮੱਚੀ ਨੇ ਬਸ ਜਿਹੜਾ ਸੰਬਲਪੁਰ ਦਾ ਰਾਜਾ ਸੀ ਉਹਦੇ ਕੋਲ ਆ ਕੇ ਸਾਰੀ ਗੱਲ ਕਹਿ ਦਿੱਤੀ ਹੈ। ਪੂਜੰਤ ਦੇਵ ਦੀਨੋ ਦਿਖਾਏ। ਵੀ ਜਿਹੜਾ ਮੇਰਾ ਘਰ ਵਾਲਾ ਦੇਵੀ ਦੀ ਪੂਜਾ ਕਰਦਾ ਹੈ, ਕਿਉਂਕਿ ਰਾਜੇ ਦਾ ਉਸ ਵੇਲੇ ਦਾ ਇਹ ਸਖਤ ਹੁਕਮ ਸੀ ਵੀ ਕੋਈ ਦੇਵੀ ਦੇਵਤੀ ਦੀ ਮੰਨਤ ਨਹੀਂ ਕਰੇਗਾ, ਜਿਹੜਾ ਪੂਜਾਗਾ ਉਹਨੂੰ ਸਣੇ ਬੱਚੇ ਕਹਾਣੀ ਪੀੜ ਦਿੱਤਾ ਜਾਊਗਾ। ਜੇ ਕੋਈ ਪੂਜਾ ਕਰਦਾ ਹੋਊਗਾ, ਜੇ ਕਿਸੇ ਨੂੰ ਪਤਾ ਹੋਊਗਾ ਤੇ ਨਹੀਂ ਦੱਸੇਗਾ ਉਹਨੂੰ ਵੀ ਮਾਰ ਦਿੱਤਾ ਜਾਊਗਾ ਵੀ ਇਹਨੂੰ ਪਤਾ ਸੀ ਇਹਨੇ ਦੱਸਿਆ ਕਿਉਂ ਨਹੀਂ ਹੈ। ਇਸ ਕਰਕੇ ਘਰ ਵਾਲੀ ਨੇ ਡਰਦੀ ਨੇ ਜਾ ਕੇ ਫਰਿਆਦ ਕੀਤੀ ਸੀ ਕਿ ਮੈਨੂੰ ਨਾ ਕਿਤੇ ਮਾਰ ਦੇ ਪਿੱਛੇ। ਉਹ ਜਾ ਕੇ ਫਰਿਆਦ ਕਰ ਦਿੱਤੀ ਵੀ ਮੇਰਾ ਘਰ ਵਾਲਾ ਪੂਜਾ ਕਰਦਾ ਹੈ। ਤੇ ਗਾਹਾ ਕੋਪ ਕਰ ਸ਼ੂਦਰ ਰਾਏ। ਉਹ ਜਿਹੜਾ ਸ਼ੂਦਰਾਂ ਦਾ ਨੀਚਾਂ ਦਾ ਰਾਜਾ ਹੈ ਉਹਨੇ ਉਸ ਵੇਲੇ ਆ ਕੇ ਬ੍ਰਾਹਮਣ ਨੂੰ ਫੜ ਲਿਆ। ਕਹਿਤਾ ਹੈ ਅਦਿਕ ਦੀਨੀ ਸਜਾਏ। ਮੈਂ ਚੰਗੀ ਤਰ੍ਹਾਂ ਫੜ ਕੇ ਤੇ ਫਿਰ ਚੰਗੀ ਤਰ੍ਹਾਂ ਇਹ ਬ੍ਰਾਹਮਣ ਨੂੰ ਸਜ਼ਾ ਦਿੱਤੀ ਹੈ, ਚੰਗੀ ਤਰ੍ਹਾਂ ਮਾਰ ਕੁੱਟ ਕੀਤੀ ਹੈ। ਨਿੰਗਾ ਸਿੰਘਾਂ ਨੂੰ ਚੰਗੀ ਤਰ੍ਹਾਂ ਚਾਟਾ ਜਾ ਛਕਾਇਆ ਬ੍ਰਾਹਮਣ ਨੂੰ। ਕਹਿ ਹਨਤ ਤੋਹ ਕਹਿ ਜਪ ਨਾ ਮਾਏ। ਉਦੋਂ ਬਾਅਦ ਫਿਰ ਰਾਜਾ ਕਹਿਣ ਲੱਗਾ ਵੀ ਨਹੀਂ ਤਾਂ ਤੈਨੂੰ ਮਾਰ ਦਊਂਗਾ ਮੈਂ, ਨਹੀਂ ਤਾਂ ਫਿਰ ਤੂੰ ਵੀ ਜਿਹੜੀ ਆ ਮਾਇਆ ਦੇਈ ਜੀ ਮਾਤਾ ਜਪਦਾ ਇਹਨੂੰ ਜਪਣਾ ਛੱਡ ਦੇ। ਰਾਜਾ ਸ਼ੂਦਰ ਬਾਚ। ਰਾਜੇ ਨੇ ਜਿਵੇਂ ਨੀਚ ਨੇ ਕਿਹਾ ਉਹ ਬ੍ਰਾਹਮਣ ਦੇ ਤਾਈ ਉਹ ਕਥਨ ਕਰ ਰਹੇ ਆਪ ਜੀ। ਨਹੀਂ ਹਨਤ ਤੋਹ ਦਿਜ ਕਹੀ ਆਜ। ਹਾਂ, ਰਾਜਾ ਕਹਿੰਦਾ ਉਹ ਵੀ ਅੱਜ ਤੈਨੂੰ ਬਲ ਮੈਂ ਸਪਸ਼ਟ ਕਹਿ ਦਿੱਤੀ ਹੈ, ਨਹੀਂ ਤੈਨੂੰ ਮਾਰਾਂਗਾ। ਨਹੀਂ ਬੋਰ ਬਾਰ ਮੋ ਪੂਜ ਸਾਜ। ਅੱਜ ਤੈਨੂੰ ਮੈਂ ਕਹਿ ਰਿਹਾ ਗੱਲ ਵੀ ਦੇਵੀ ਦੀ ਪੂਜਾ ਕਰਨ ਛੱਡਦੇ ਨਹੀਂ ਹਨ ਤੋਹ, ਨਹੀਂ ਤਾਂ ਤੈਨੂੰ ਮੈਂ ਤੈਨੂੰ ਮੈਂ ਮਾਰ ਦਿਆਂਗਾ। ਅੱਜ ਗੱਲ ਸਹੀ ਦਿੱਤੀ ਸਪਸ਼ਟ। ਨਹੀਂ ਬੋਰ ਬਾਰ ਮੋ ਪੂਜ ਸਾਜ, ਤੇ ਨਹੀਂ ਤਾਂ ਵੇਖ ਲਾ ਜਿਹੜੀ ਤੇਰੀ ਪੂਜ ਸਾਜ ਪੂਜਾ ਵਾਲੀ ਸਮੱਗਰੀ ਜੀ ਹੈ ਇਹਦੇ ਸਮੇਤ ਹੀ ਚੁੱਕ ਕੇ ਤੈਨੂੰ ਪਾਣੀ ਵੀ ਡੂਬ ਦਊਂਗਾ, ਡੂਬ ਦੇਵਾਂਗਾ। ਕਹਿ ਤਜਹੁ ਸੇਵ ਦੇਵੀ ਪ੍ਰਚੰਡ। ਜਾ ਬਈ ਜਿਹੜੀ ਹੈ ਤੇਜ ਪ੍ਰਤਾਪੜੀ ਜਿਹੜੀ ਦੇਵੀ ਜੀ ਹੈ
ਇਹਦੀ ਸੇਵਾ ਕਰਨੀ, ਇਹਦੀ ਪੂਜਾ ਕਰਨੀ ਛੱਡ ਦੇ। ਨਹੀਂ ਕਰਤ ਆਜ ਤੋ ਕੋ ਦੁਖੰਡ। ਨਹੀਂ ਤਾਂ ਵੇਖ ਲਾ ਬਾਹਮਣਾ, ਅੱਜ ਹੀ ਤੇਰੇ ਕਹਿੰਦੇ 2 ਟੁਕੜੇ ਮੈਂ ਕਰ ਦਿਆਂਗਾ ਸਭ ਦੇ ਸਾਹਮਣੇ। ਵਿਪਰ ਬਾਚ ਰਾਜਾ ਸੋ। ਆ ਜਿਹੜਾ ਬ੍ਰਾਹਮਣ ਹੈ ਉਸਨੇ ਜਿਵੇਂ ਰਾਜੇ ਦੇ ਸਾਥ ਬਚਨ ਕਿਹਾ, ਉਹ ਮਹਾਰਾਜ ਕਹਿ ਰਹੇ ਹਨ ਕੀਜੈ ਦੁਖੰਡ ਨਹੀਂ ਤਜੋ ਸੇਵ। ਬ੍ਰਾਹਮਣ ਨਿਰਭੈ ਹੋ ਕੇ ਬੋਲਿਆ, ਕਹਿੰਦੇ ਰਾਜੇ ਭਾਵੇਂ 2 ਟੁਕੜੇ ਕਰ ਦੇ, ਪਰ ਮੈਂ ਇਹ ਸੇਵਾ ਪੂਜਾ ਨਹੀਂ ਛੱਡਾਂਗਾ। ਸੁਨ ਲੇਹੁ ਸਾਚ ਤੋਹ ਕਹੋ ਦੇਵ। ਇਹ ਰਾਜਦੇਵ ਰਾਜਾ ਦੇਵ ਜੀ ਸਾਡੇ, ਸੁਣ ਲੋ ਮੈਂ ਇਹ ਸੱਚ ਕਹਿਣਾ। ਕਿਉ ਨਾ ਹੋਹਿ ਟੂਕ ਤਨ ਕੇ ਹਜ਼ਾਰ। ਕਹਿੰਦੇ ਮੈਂ 2 ਟੁੱਟੇ ਮੈਂ ਕਰ ਦਿਆਂਗਾ, ਕਹਿੰਦੇ ਮੇਰੇ ਸਰੀਰ ਦੇ ਭਾਵੇਂ 1000 ਟੁੱਟੇ ਕਿਉਂ ਨਾ ਹੋ ਜਾਣ। ਨਹੀਂ ਤਜੋ ਪਾਏ ਦੇਵੀ ਉਦਾਰ। ਇਹ ਜਿਹੜੀ ਦੇਵੀ ਸ੍ਰੇਸ਼ਟ ਹੈ, ਇਹਦੇ ਚਰਨਾਂ ਦੀ ਪੂਜਾ ਮੈਂ ਕਰਨੀ ਨਹੀਂ ਛੱਡਾਂਗਾ। ਸੁਣ ਭਇਓ ਬੈਨ ਸ਼ੂਦਰ ਸੋ ਕ੍ਰੋਧ। ਉਹ ਸੁਣ ਕੇ ਜਿਹੜਾ ਨੀਚ ਰਾਜਾ ਸੀ, ਉਹ ਬ੍ਰਾਹਮਣ ਦੇ ਬਚਨਾਂ ਨੂੰ ਸੁਣ ਕੇ ਕ੍ਰੋਧਵਾਨ ਹੋ ਗਿਆ। ਜਨ ਜੁਟਿਓ ਆਨ ਮਕਰਾਸ਼ ਜੁੱਧ। ਯਾਨੀ ਜਿਵੇਂ ਉਹ ਮਕਰਾਸ਼ ਦੇਤਾ ਕੇ ਜੰਗ ਯੁੱਧ ਵਿੱਚ ਜੁਟ ਗਿਆ ਸੀ ਨਾ, ਇਸ ਤਰ੍ਹਾਂ ਮਕਰਾਸ਼ ਦੈਂਤ ਵਰਗਾ ਰਾਜਾ ਹੈ, ਆ ਜੁੜਿਆ ਜੰਗ ਕਰ ਲਈ, ਆ ਲੜਨ ਲਈ ਜੁੜਿਆ, ਦੇ ਉਡਾਲੇ ਹੋ ਗਿਆ ਬ੍ਰਾਹਮਣ ਦੇ। 2 ਦ੍ਰਿਗ ਸੁਕ੍ਰੁੱਧ ਸ਼੍ਰੋਣਤ ਚੁਚਾਨ। ਦੋਵੇਂ ਨੇਤਰਾਂ ਦੇ ਵਿੱਚ ਬੜੇ ਕ੍ਰੋਧ ਸਹਿਤ ਤੇ ਲਹੂ ਚੋ ਰਿਹਾ, ਇਹਦੇ ਅੱਖਾਂ ਲਾਲੋ ਲਾਲ ਕੀਤੀਆਂ। ਜਨ ਕਾਲ ਤਾਹੇ ਦੀਨੀ ਨਿਸ਼ਾਨ। ਯਾਨੀ ਕਾਲ ਨੇ ਆ ਕੇ ਦੀ ਜਿਹੜੀ ਮਰਨ ਦੀ ਨਿਸ਼ਾਨੀ ਦੇ ਦਿੱਤੀ ਹੈ, ਜਿਹੜਾ ਲਹੂ ਡਿੱਗਿਆ ਕ੍ਰੋਧ ਵਿੱਚ ਵੀ ਹੁਣ ਤੂੰ ਮਰਨਾ ਹੈ। ਅਤ ਗਰਭ ਮੂੜ ਭ੍ਰਿਤਨ ਬੁਲਾਏ। ਜਿਹੜਾ ਰਾਜਾ ਸੁਦਰ ਨੇ ਹੰਕਾਰ ਦੇ ਵਿੱਚ ਪੜਿਆ ਹੋਇਆ ਤੇ ਮੂਰਖ ਨੌਕਰਾਂ ਚਾਕਰਾਂ ਸਿਪਾਹੀਆਂ ਨੂੰ ਬੁਲਾ ਲਿਆ, ਸੱਦ ਲਿਆ। ਉਚਰੇ ਬੈਣ ਇਹ ਹਣੋ ਜਾਏ। ਔਰ ਨੌਕਰਾਂ ਨੂੰ ਬਚਨ ਕਹੇ ਹੈ ਵੀ ਆ ਜਿਹੜਾ ਬ੍ਰਾਹਮਣ ਹੈ, ਇਹਨੂੰ ਜਾ ਕੇ ਜਿਹੜਾ ਉਹ ਸ਼ਿਵ ਜੀ ਦਾ ਮੰਦਿਰ ਜਾ ਨਾ, ਉਹਦੇ ਵਿੱਚ ਜਾ ਕੇ ਇਹਨੂੰ ਮਾਰੋ। ਉੱਥੇ ਲੈ ਗਏ ਤਾਸ ਦਰੋਹੀ ਦੁਰੰਤ। ਉਸੇ ਵੇਲੇ ਕਹਿੰਦੇ ਜਿਹੜੇ ਦਰੋਹੀ ਹੈ, ਜ਼ਾਲਮ ਹੈ, ਤੇ ਉਸ ਬ੍ਰਾਹਮਣ ਨੂੰ ਲੈ ਗਏ ਦੁਰੰਤ ਕੀਏ ਨਾਸ ਕਰਨ ਵਾਸਤੇ, ਮਾਰਨ ਵਾਸਤੇ। ਜਹ ਸਬਰ ਸੁਭ ਦੇਵਲ ਸੁਬੰਤ। ਇੱਥੇ ਉਹ ਸੰਬਲਪੁਰ ਸੀ ਨਾ ਸੰਗਾ, ਤੇ ਉਸ ਦੇ ਵਿੱਚ ਜਿਹੜਾ ਸੰਬਲਪੁਰ ਦੇ ਵਿੱਚ ਦਿਵਾਲਾ ਸੀ, ਮੰਦਰ ਸੀ ਸੋਭਦਾ ਸ਼ਿਵ ਜੀ ਦਾ। ਤੇ ਬਾਦ ਆਂਖ ਮੁਸ਼ਕੈ ਚੜਾਏ। ਉਸੇ ਮੰਦਰ ਵਿੱਚ ਲਿਜਾ ਕੇ ਬ੍ਰਾਹਮਣ ਦੀਆਂ ਅੱਖਾਂ ਬੰਨ ਲਈਆਂ ਤੇ ਮੁਸ਼ਕਾਂ ਚੜਾ ਲਈਆਂ, ਬਾਹਾਂ ਜੀਆਂ ਪਿੱਛੇ ਨੂੰ ਕਰਕੇ ਬੰਨ ਲੈਣੀਆਂ, ਇਹਨੂੰ ਕਹਿੰਦੇ ਮੁਸ਼ਕਾਂ ਚੜਾ ਲਈਆਂ। ਇਸਕਾ ਮੁਸ਼ਕਾਂ ਬੰਨ ਲਈਆਂ ਤੇ ਅੱਖਾਂ ਬੰਨ ਲਈਆਂ, ਅੱਖਾਂ ਤੇ ਪੱਟੀ ਜੀ ਬੰਨਤੀ ਇਹਦੇ। ਕਰ ਲੀਨ ਕਾਢ ਅਸ ਕੋ ਨਚਾਏ। ਉਹ ਜੋ ਬਾਹਰ ਰਾਜੇ ਦੇ ਜਿਹੜੇ ਕੋਈ ਉਹ ਨੌਕਰ ਚਾਕਰ ਸਿਪਾਹੀ ਹੈ, ਉਹਨਾਂ ਨੇ ਆਪਣੇ ਹੱਥਾਂ ਵਿੱਚ ਤੇਗ ਨੂੰ ਕੱਢ ਕੇ ਨਚਾਇਆ ਘੁਮਾਇਆ ਹੈ। ਜਬ ਲੱਗੇ ਦੇਨ ਤੇ ਤੇਗ ਤਾਨ। ਜਦੋਂ ਇਹ ਤੇਗ ਤਾਣ ਕੇ ਖਿੱਚ ਕੇ ਇਹਦੇ ਮਾਰਨ ਲੱਗੇ ਹਨ, ਤਬ ਕੀਓ ਕਾਲ ਕੋ ਵਿਪਰ ਧਿਆਨ। ਉਸ ਵੇਲੇ ਬ੍ਰਾਹਮਣ ਨੇ ਫਿਰ ਕਹਿੰਦੇ ਚੰਡੀ ਦੁਰਗਾ ਦਾ ਧਿਆਨ ਛੱਡ ਕੇ, ਉਹਦੀ ਸੇਵਾ ਛੱਡ ਕੇ ਨਾ, ਪੂਜਾ ਛੱਡ ਕੇ, ਜਿਹੜਾ ਅਕਾਲ ਪੁਰਖ ਹੈ, ਜਿਹੜਾ ਸਾਰਿਆਂ ਨੂੰ ਇਹ ਪੈਦਾ ਕਰਦਾ ਤੇ ਸਾਰਿਆਂ ਨੂੰ ਮਾਰਦਾ, ਫਿਰ ਉਹਦਾ ਧਿਆਨ ਕੀਤਾ, ਉਹਦੇ ਵਿੱਚ ਧਿਆਨ ਲਾਇਆ ਵੀ ਇਹ ਕਾਲ ਪੁਰਖ ਤੂੰ ਰੱਖ ਲਾ ਇਸ ਤੋਂ। ਜਬ ਕੀਓ ਚਿਤ ਮੋਹ ਵਿਪਰ ਧਿਆਨ। ਜਦੋਂ ਬ੍ਰਾਹਮਣ ਨੇ ਆਪਣੇ ਚਿੱਤ ਵਿੱਚ ਅੰਦਰੇ ਅੰਦਰੇ ਕਾਲ ਪੁਰਖ ਦਾ ਧਿਆਨ ਕੀਤਾ ਹੈ, ਤੇ ਦੀਨ ਦਰਸ਼ ਤਬ ਕਾਲ ਆਨ। ਉਸੇ ਵੇਲੇ ਜਿਹੜਾ ਕਾਲ ਪੁਰਖ ਹੈ, ਉਹਨੇ ਕਹਿੰਦੇ ਬ੍ਰਾਹਮਣ ਨੂੰ ਆ ਦਰਸ਼ਨ ਬਖਸ਼ੇ ਹਨ। ਨਹੀਂ ਕਰੋ ਚਿੰਤ ਚਿਤ ਮਾਝ ਏਕ।
ਉਹ ਕਾਲ ਪੁਰਖ ਨੇ ਕਿਹਾ ਵੀ ਬ੍ਰਾਹਮਣ ਤੂੰ ਚਿੱਤ ਵਿੱਚ ਇੱਕ ਵੀ ਚਿੰਤਾ ਨਾ ਕੋਈ ਕਰ। ਤਬ ਹੇਤ ਛਤਰ ਹਨ ਹੈ ਅਨੇਕ। ਤੇਰੀ ਰੱਖਿਆ ਵਾਸਤੇ ਇੱਕ ਕੀ ਆ, ਅਨੇਕਾਂ ਬੈਰੀ ਮੈਂ ਮਾਰ ਮੁਕਾਵਾਂਗਾ। ਤਬ ਪਰੀ ਸ਼ੂਕ ਭੋਹਰ ਮਝਾਰ। ਜਦੋਂ ਉਹ ਕਾਲ ਪੁਰਖ ਨੇ ਉਹ ਬ੍ਰਾਹਮਣ ਨੂੰ ਕਿਹਾ ਹੈ, ਉਸ ਵੇਲੇ ਉਹ ਜਿਹੜਾ ਸ਼ਿਵ ਜੀ ਦਾ ਮੰਦਰ ਦਾ ਭੋਰਾ ਜਿਹਾ ਗੁਫਾ ਜੀ ਹੈ, ਭੋਰਾ ਜਿਹਾ ਗੁਫਾ ਜੀ, ਉਹਦੇ ਵਿੱਚੋਂ ਬੜੀ ਸ਼ੌਂਕ ਪਈ ਹੈ। ਉਪਜਿਓ ਆਨ ਕਲਕੀ ਅਵਤਾਰ। ਉਸੇ ਵੇਲੇ ਉਹ ਸ਼ੌਂਕ ਦੇ ਨਾਲ ਹੀ ਜਿਹੜਾ ਕਲਕੀ ਅਵਤਾਰ ਉਹ ਪੈਦਾ ਹੋਇਆ ਹੈ। ਤਾੜ ਪ੍ਰਮਾਨ ਕਰ ਅਸ ਉਤੰਗ। ਆ ਜਿਵੇਂ ਤਾੜ ਦਾ ਦਰਖਤ ਬੜਾ ਉੱਚਾ ਹੁੰਦਾ ਹੈ, ਉਹ ਤਾੜ ਦੇ ਬਿਰਛ ਜਿੱਡੀ ਜਿਹੜੀ ਹੱਥ ਵਿੱਚ ਤੇਗ ਜੀ ਹੈ, ਉਹਨਾਂ ਉੱਚਾ ਕਰ ਲਿਆ ਇਸਨੇ। ਤਰਕਾਛ ਸੁਵਾਛ ਤਾਜੀ ਸੁਰੰਗ। ਕਰ ਅਸ ਤਰੰਗੀ ਹੈ ਕਿ ਕਰੀ ਹੈ? ਕਰ ਅਸ ਉਤੰਗ। ਇੱਥੇ ਮੇਰੇ ਕਰੀ ਦੇ ਤਾਂ ਕਰ ਕੀਤਾ ਹੈ, ਠੀਕ ਹੈ, ਸ਼ੁੱਧ ਹੈ। ਕਰ ਅਸ ਉਤੰਗ। ਹਾਂ, ਜਿਵੇਂ ਤਾੜ ਦਾ ਬਿਰਛ ਬਹੁਤ ਜਾਂਦਾ, ਏਡੀ ਜਿੱਡੀ ਕਿਹੜੀ ਕਿਰਪਾਨ ਉੱਚੀ ਜੀ ਤਾਨੂੰ ਇਸਨੇ ਕੀਤੀ ਹੈ। ਤਰਕਸ਼ ਸੁਵਛ ਤਾਜੀ ਤੁਰੰਗ। ਤਰਕਸ਼ ਜਿਵੇਂ ਤੁਰਕਾਨ ਦੇਸ਼ ਦਾ ਬੜਾ ਜਿਵੇਂ ਬੱਚਾ ਉਹ ਪੈਦਾ ਹੋਇਆ ਕਾਲੀ ਤਾਜੀ ਨਾ ਘੋੜੇ ਦਾ, ਜੋ ਸੋਹਣੇ ਰੰਗ ਵਾਲਾ ਹੈ। ਤੁਰਕਾਨ ਦੇਸ਼ ਦਾ ਬੱਚਾ ਜਿਹੜਾ ਘੋੜਾ ਹੈ ਸੋਹਣੇ ਰੰਗ ਵਾਲਾ, ਉਹਦੇ ਤੇ ਸਵਾਰੀ ਕੀਤੀ ਹੋਈ ਇਸਨੇ। ਸਿਰਖੰਡੀ ਛੰਦ ਵੱਜੇ ਨਾਦ ਸੁਰੰਗੀ ਧੱਗਾ ਘੋਰੀਆ। ਵੇ ਪ੍ਰਗਟ ਹੋ ਗਿਆ ਉੱਥੋਂ, ਉਸੇ ਵੇਲੇ ਵੱਜੇ ਨਾਦ ਸੁਰੰਗੀ, ਸੋਹਣੇ ਰੰਗ ਵਾਲੇ ਜਿਹੜੇ ਨਾਦ ਹੈ ਬਾਜੇ ਉਹ ਵੱਜ ਪਏ ਹੈ। ਤੇ ਧੱਗਾ ਘੋਰੀਆ। ਧੱਗਾ ਘੋਰੀਆ। ਹਾਂ, ਧੱਗਾ ਪਾਠ ਸ਼ੁੱਧ ਕੀਤਾ ਹੋਇਆ। ਧੱਗੇ ਦੇ ਥਾਂ ਜਿਹੜੀਆਂ ਧੱਗਾ ਹਨ ਉਹ ਜਿਹੜੀਆਂ ਡੱਫਾਂ ਜਿਹਨੂੰ ਕਹਿ ਦਿੰਦੇ, ਆ ਛੋਟੀਆਂ ਜੱਫਾਂ ਕਹਿੰਦੇ ਵੱਜ ਪਈਆਂ ਹਨ। ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ। ਜਾਂ ਘੋਰੀਆਂ ਗੂੰਜ ਪਈਆਂ ਹਨ ਡੱਫਾਂ। ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ। ਆ ਸੂਰਬੀਰ ਜਿਹੜੇ ਨਾਲ ਦੇ ਨੱਚੇ ਹਨ, ਜਿਵੇਂ ਫਿਰੰਗੀ ਨੱਚਦੇ ਹਨ, ਤੇ ਘੁੰਗਰੂ ਖੜਕ ਪਏ ਹਨ, ਵੱਜ ਪਏ ਹਨ। ਗਦਾ ਤਰਸੂਲ ਨਿਖੰਗੀ ਝੂਲਨ ਬੈਰ ਖਾਂ। ਇਸ ਤਰ੍ਹਾਂ ਨਾਲ ਦੇ ਜਿਹੜੇ ਸੂਰਬੀਰ ਹੈ, ਉਹਨਾਂ ਦੇ ਕਿਸੇ ਦੇ ਹੱਥ ਵਿੱਚ ਗਦਾ ਫੜੀ ਹੈ, ਕਿਸੇ ਦੇ ਹੱਥ ਵਿੱਚ ਤਰਸੂਲ ਫੜਿਆ ਹੈ, ਕਿਸੇ ਦੇ ਹੱਥ ਵਿੱਚ ਚੀਰਾ ਭਰਿਆ ਪੱਥਾ ਲਿਆ ਹੋਇਆ ਹੈ, ਸਜੇ ਹੋਏ ਝੂਲਣ ਬੈਰ ਖਾਂ। ਇਸ ਤਰ੍ਹਾਂ ਜਿਹੜੀਆਂ ਝੰਡੀਆਂ ਤੇ ਝੰਡੇ ਉਹ ਝੂਲ ਰਹੇ ਹਨ। ਸਾਵਣ ਜਾਨ ਉਮੰਗੀ ਘਟਾ ਡਰਾਵਣੀ। ਉਹ ਜਿਹੜੇ ਝੰਡੇ ਤੇ ਝੰਡੀਆਂ ਝੂਲਦੇ ਹੋਏ ਉਹ ਦਿਸ ਰਹੇ ਹੈ। ਸਾਵਣ ਜਾਨ ਉਮੰਗੀ ਘਟਾ ਡਰਾਵਣੀ, ਯਾਨੀ ਸਾਉਣ ਦੇ ਮਹੀਨੇ ਵਿੱਚ ਡਰਾਉਣੀਆਂ ਜਿਹੜੀਆਂ ਘਟਾਂ ਹਨ, ਉਮੰਗੀ ਕੇ ਮੁੜ ਕੇ ਆਈਆਂ, ਚੜ ਕੇ ਆਈਆਂ ਹਨ। ਬਾਣੇ ਅੰਗ ਭੁਜੰਗੀ ਸਾਵਲ ਸੋਹਣੇ। ਇਸ ਤਰ੍ਹਾਂ ਜਿਹੜੇ ਕੋਈ ਨਹਿ ਕਲੰਕ ਦੇ ਨਾਲ ਭੁਜੰਗੀ ਕੀਏ ਸੂਰਬੀਰ ਹੈ, ਸੂਰਮੇ ਹੈ, ਉਹਨਾਂ ਦੇ ਅੰਕੀਏ ਸਰੀਰਾਂ ਤੇ ਸਾਵਰ ਕੇ ਕਾਲੇ ਰੰਗ ਦੇ ਜਿਹੜੇ ਬਾਣੇ ਹੈ ਉਹ ਸੋਹਣੇ ਪਾਏ ਸਜ ਰਹੇ ਹਨ। ਕਾਲੇ ਬਾਣੇ ਹਨ, ਕਾਲੇ ਕੱਪੜੇ ਪਾਏ ਸੂਰਬੀਰਾਂ ਦੇ। ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ। ਜਿਹੜਾ ਉਹ ਕਲਕੀ ਅਵਤਾਰ ਹੈ, ਉਹਨੇ 300 ਹੱਥ ਜਿਹੜਾ ਖੰਡਾ ਉੱਚਾ ਕੀਤਾ, ਉਹਨੂੰ ਧੂਇਆ ਹੋਇਆ, ਖਿੱਚਿਆ ਹੋਇਆ ਹੈ। ਤਾਜੀ ਭੌਰ ਪਿਲੰਗੀ ਛਾਲਾ ਪਾਈਆ। ਇਹ ਜਿਹੜਾ ਕਾਜੀ ਤਾਜੀ ਕੀ ਘੋੜਾ ਹੈ, ਉੱਥੇ ਉਹਨੇ ਕਲੰਕ ਦਾ ਭੌਰ ਦਾ ਘੁੰਮਦਾ ਫਿਰਦਾ ਹੈ। ਯਾਨੀ ਪਲੰਗੀ ਕੀ ਇਹ ਸ਼ੇਰ ਨੇ ਛਾਲਾਂ ਪਾਈਆਂ, ਸ਼ੇਰ ਨੇ ਛਾਲਾਂ ਮਾਰੀਆਂ ਹਨ।
ਭੰਗੀ ਜਾਣ ਭੜੰਗੀ ਨੱਚੇ ਦਾਇਰੀ। ਜਿਹੜੇ ਨਾਲ ਦੇ ਸੂਰਬੀਰ ਹੈ ਕਾਲੇ ਬਾਣੇ ਵਾਲੇ, ਉਹ ਕਹਿੰਦੇ ਇਉਂ ਚੱਕਰ ਜਾ ਬੰਨ ਕੇ ਉੱਥੇ ਉਹ ਲੜ ਰਹੇ ਨੇ, ਮਾਰ ਰਹੇ ਹੈ। ਜਾਣੀ ਸ਼ਿਵ ਜੀ ਦੇ ਜਿਹੜੇ ਭੰਗੀ ਤੇ ਭੜੰਗੀ ਨਾਮ ਦੇ ਜਿਹੜੇ ਗਾਣੇ, ਉਹ ਦਾਇਰਾ ਜਾ ਬਣ ਕੇ ਚੱਕਰ ਜਾ ਬਣ ਕੇ ਨੱਚ ਰਹੇ ਹਨ। ਬੱਜੇ ਨਾਦ ਸੁਰੰਗੀ ਅਣੀਆਂ ਜੁੱਟੀਆਂ। ਸੋਹਣੇ ਰੰਗ ਵਾਲੇ ਚੰਗੇ ਰੰਗ ਵਾਲੇ ਤੋਸੇ ਨਾਲ ਵੱਜ ਰਹੇ ਹੈ। ਤੇ ਇਸੇ ਤਰ੍ਹਾਂ ਸ਼ਾਸਤਰਾਂ ਦੀਆਂ ਜਿਹੜੀਆਂ ਅਣੀਆਂ ਨੋਕਾਂ ਹਨ ਆਮੋ ਸਾਹਮਣੇ ਜੁੜ ਪਈਆਂ, ਜੁੜ ਗਈਆਂ ਹਨ, ਜਾਂ ਫੜੀਆਂ ਫੌਜਾਂ ਜੁੜ ਪਈਆਂ ਹਨ, ਤਿੱਖੀਆਂ ਨੋਕਾਂ ਜੁੜ ਪਈਆਂ ਹਨ। ਪੈਰੇ ਧਾਰ ਪਵੰਗੀ ਫੌਜਾਂ ਚੀਰ ਕੇ। ਜਿਹੜੇ ਪਵੰਗੀ ਹੈ ਘੋੜ ਜਿਹੜੇ ਸੂਰਬੀਰ ਹੈ, ਉਹ ਫੌਜਾਂ ਨੂੰ ਚੀਰਦੇ ਹੋਏ ਇਸੇ ਤਰ੍ਹਾਂ ਤੇ ਤੀਰਾਂ ਤਲਵਾਰਾਂ ਦੀ ਜਿਹੜੀ ਧਾਰ ਹੈ ਉਤੋਂ ਪੈਰੇ ਕੀਏ ਪਾਰ ਲੰਘ ਗਏ ਹਨ, ਪਾਰ ਹੋ ਗਏ ਹਨ। ਉੱਠੈ ਸ਼ੈਲ ਸ਼ਲੰਗੀ ਛਾਲਾਂ ਪਾਈਆਂ। ਹਾਂ ਇਸੇ ਤਰ੍ਹਾਂ ਸ਼ੈਲ ਜਿਹੜੇ ਨੌਜਵਾਨ ਹੈ ਉਹ ਕਹਿੰਦੇ ਉੱਠ ਖੜੋਤੇ ਹਨ, ਸ਼ਲੰਗੀ ਨੌਜਵਾਨ ਸੂਰਬੀਰ, ਤੇ ਉਹਨਾਂ ਨੇ ਛਾਲਾਂ ਪਾਈਆਂ, ਛਾਲਾਂ ਮਾਰੀਆਂ। ਝਾੜ ਚੜਾਕ ਚੜੰਗੀ ਤੇਗਾਂ ਵੱਜੀਆਂ। ਇਸੇ ਤਰ੍ਹਾਂ ਜਿਹੜੀਆਂ ਤੇਗਾਂ ਹਨ ਉਹ ਝਾੜ ਚੜਾਕ ਚੜੰਗੀ, ਜਦੋਂ ਤੇਗਾਂ ਚੜੰਗੀ ਕੀ ਝਟਕੀਆਂ ਹਨ ਤੇ ਝਾੜ ਚੜਾਕ ਵੱਜੀਆਂ, ਚੜਾਕ ਚੜਾਕ ਕਰਕੇ ਕਹਿੰਦੇ ਵੱਜੀਆਂ ਹਨ ਆਪੋ ਵਿੱਚ ਹੀ। ਸਮਾਨ ਕਾ ਛੰਦ ਜੋ ਦੇਖ ਦੇਖ ਕੈ ਸਬੈ। ਇਸ ਤਰ੍ਹਾਂ ਕਹਿੰਦੇ ਦੇਖ ਦੇਖ ਕੇ ਚੰਗੀ ਤਰ੍ਹਾਂ ਸੋ ਭਾਜ ਭਾਜ ਗੇ ਤਬੈ। ਜਿੰਨੇ ਕਹਿੰਦੇ ਨੀਚ ਲੋਕ ਸੀ ਉਹ ਸਾਰੇ ਤਦੋਂ ਕਹਿੰਦੇ ਜਿੱਧਰ ਕਿਸੇ ਨੂੰ ਮੂੰਹ ਹੋਇਆ ਕੋ ਕਿਧਰ ਨੂੰ ਭੱਜ ਗਿਆ, ਕਿਧਰ ਨੂੰ ਭੱਜਿਆ, ਜਾਨੀ ਪੂਰਾ ਹੀ ਭਾਜੜ ਪੈ ਗਈ ਹੈ। ਕਹਿਓ ਸੋ ਸ਼ੋਭ ਸ਼ੋਭ ਹੀ। ਇਸ ਤਰ੍ਹਾਂ ਕਹਿੰਦੇ ਬੜਾ ਸੋਭਾ ਵਾਲਿਆਂ ਨੇ ਸੋਭਾ ਪਾਉਂਦੀਆਂ ਕਿਹਾ ਹੈ। ਬਿਲੋਕ ਲੋਕ ਲੋਭ ਹੀ। ਜਿੰਨੇ ਲੋਕ ਹੈ ਵੇਖ ਵੇਖ ਕੇ ਚੰਗੀ ਤਰ੍ਹਾਂ ਲਵਾਏ ਮਾਨ ਹੋ ਰਹੇ। ਪ੍ਰਚੰਡ ਰੂਪ ਰਾਜਈ। ਜਿਹੜਾ ਨਿਕਲੰਕ ਹੈ ਉਹਦਾ ਬੜਾ ਤੇਜ ਤਰਾਰਾ ਵਾਲਾ ਸਰੂਪ ਰਾਜ ਰਿਹਾ, ਵਿਰਾਜ ਰਿਹਾ ਹੈ। ਬਿਲੋਕ ਭਾਨ ਲਾਜਈ। ਜਿਹਨੂੰ ਵੇਖ ਵੇਖ ਕੇ ਸਰੂਪ ਨੂੰ ਜਿਹੜਾ ਸੂਰਜ ਪ੍ਰਵਾਸ਼ਵਾਨ ਉਹ ਵੀ ਸ਼ਰਮਸਾਰ ਹੁੰਦਾ ਹੈ। ਸੋ ਚੰਡ ਤੇਜ ਇਉਂ ਲਸੈ। ਉਹਦਾ ਜਿਹੜਾ ਤਿੱਛਾ ਤੇਜ ਪ੍ਰਤਾਪ ਇਉਂ ਲਸੈ ਕੀ ਇਹ ਪ੍ਰਕਾਸ਼ ਦਾ ਹੈ। ਪ੍ਰਚੰਡ ਜੋਤ ਕੋ ਹਸੈ। ਜਿਹੜੀ ਜੋਤ ਹੈ ਬੜੀ ਤਿੱਖੀ ਤਰਾਰੀ ਕਹਿੰਦੇ ਹੱਸ ਰਹੀ ਉਸ ਕਲ ਕੀ ਦੀ। ਸੋ ਕੋਪ ਕੋਪ ਕਹਿ ਹਠੀ। ਉਹ ਹਟ ਗਿਆ ਜਿਹੜਾ ਹੈ ਕ੍ਰੋਧ ਵਿੱਚ ਹੋ ਕੇ, ਗੁੱਸੇ ਵਿੱਚ ਹੋ ਕੇ। ਚੱਪੇ ਚਿਰਾਏ ਜਾਓ ਭੱਠੀ। ਆ ਜਿਵੇਂ ਭੱਠੀ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਖਿਜੇ ਹੋਏ ਚਿੜੇ ਹੋਏ ਪੈਂਦੇ ਹਨ ਟੁੱਟ ਕੁੱਟ ਕੇ। ਪ੍ਰਚੰਡ ਮੰਡਲੀ ਲਸੈ। ਆ ਜਿੰਨੀ ਹੈ ਸੂਰਬੀਰਾਂ ਦੀ ਸਭਾ ਬੜੀ ਤੇਜ਼ ਤਰਾਰੀ ਪ੍ਰਕਾਸ਼ ਦੀ ਹੈ। ਕਿ ਮਾਰ ਤੰਡ ਕੋ ਹਸੈ। ਆ ਕਰੇ ਸੂਰਜ ਨੂੰ ਹੀ ਹੱਸ ਰਹੇ, ਮਖੌਲ ਕਰ ਰਹੇ ਹੈ। ਸੋ ਕੋਪ ਓਪ ਦੈ ਬਲੀ। ਉਹ ਜਿਹੜੇ ਬਲੀ ਲੋਕ ਹੈ ਉਹਨਾਂ ਨੂੰ ਬੜੀ ਉਹ ਕ੍ਰੋਧ ਦੀ ਉਪਮਾ ਦਿੱਤੀ ਜਾ ਰਹੀ ਹੈ, ਗੁੱਸਾ ਦਾ ਰੂਪ ਹੋ ਰਿਹਾ ਬਲੀ। ਕਿ ਰਾਜ ਮੰਡਲੀ ਚਲੀ। ਰਾਜਿਆਂ ਦੀ ਸਭਾ ਹੀ ਉੱਠ ਕੇ ਚੱਲ ਪਈ ਹੈ। ਸੋ ਅਸਤਰ ਸ਼ਸਤਰ ਪਾਨ ਲੈ। ਰਾਜਿਆਂ ਨੇ ਸ਼ਸਤਰ ਤੇ ਅਸਤਰ ਹੱਥਾਂ ਵਿੱਚ ਲਏ ਹੋਏ ਹੈ। ਵਿਸ਼ੇਖ ਵੀਰ ਮਾਨ ਕੈ। ਜਿਹੜੇ ਵਿਸ਼ੇਸ਼ ਕਰਕੇ ਸੂਰਬੀਰ ਹੈ ਆਪਣਾ ਮਾਨ ਕਰਕੇ ਹੰਕਾਰ ਕਰਕੇ ਚੜ ਪਏ ਹਨ। ਇਸ ਤਰ੍ਹਾਂ ਜਿਹੜਾ ਕਲਕੀ ਅਵਤਾਰ ਹੈ ਉਹਦੇ ਪ੍ਰਗਟ ਹੋਣ ਤੋਂ ਬਾਅਦ ਜਿਵੇਂ ਉਹਦੇ ਨਾਲ ਦੇ ਜਿਹੜੇ ਕੋਈ ਜੰਗੀ ਯੋਧੇ ਹੈ ਜਿਵੇਂ ਉਹ ਚੜੇ
ਉਹਨਾਂ ਦਾ ਥੋੜ੍ਹਾ ਜਿਹਾ ਵਰਣਨ ਕੀਤਾ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਕਲਗੀਧਰ ਜੀ ਨੇ ਉਹਨਾਂ ਦਾ ਵਰਣਨ ਕੀਤਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜਾਂਗੇ ਜੀ। ਸੁਕੋਪ ਓਪ ਦੈ ਬਲੀ ਕੇ ਰਾਜ ਮੰਡਲੀ ਚਲੀ, ਸੋ ਅਸਤਰ ਸ਼ਸਤਰ ਪਾਨ ਲੈ ਵਿਸੇਖ ਵੀਰ ਮਾਨ ਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜੰ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰੱਖੋ ਹਿਐ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਭਇਆ